ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਇਸ ਖਾਸ ਪੇਸ਼ਕਸ਼ ਦੇ ਵਿੱਚ ਸਵਾਗਤ ਹੈ। ਤੇ ਅੱਜ ਇਸ ਪੇਸ਼ਕਸ਼ ਦੇ ਵਿੱਚ ਗੱਲਬਾਤ ਕਰਾਂਗੇ ਚਾਈਨਾ ਤੇ ਕੈਨੇਡਾ ਦੇ ਰਿਸ਼ਤਿਆਂ ਦੇ ਬਾਰੇ। ਚਾਈਨਾ ਦੀ ਟੈਕ ਕੰਪਨੀ ਹੁਆਵੇ ਦੀ ਚੀਫ ਫਾਈਨੈਂਸ਼ੀਅਲ ਆਫੀਸਰ CFO ਮੇਂਗ ਵਨਯੂ ਦਾ US ਸਰਕਾਰ ਦੇ ਨਾਲ ਹੁਣ ਸਮਝੌਤਾ ਹੋ ਗਿਆ ਤੇ ਇਸ ਫੈਸਲੇ ਤੋਂ ਬਾਅਦ ਹੁਣ ਕੈਨੇਡਾ ਵੱਲੋਂ ਮੇਂਗ ਨੂੰ US ਦੇ ਹਵਾਲੇ ਕੀਤੇ ਜਾਣ ਦੀ ਚੱਲ ਰਹੀ ਕਾਨੂੰਨੀ ਪ੍ਰਕਿਰਿਆ ਤੇ ਵਿਰਾਮ ਲੱਗਣ ਦਾ ਰਾਹ ਪੱਧਰਾ ਹੋ ਗਿਆ। ਮੇਂਗ ਤੇ US ਦੇ ਦਰਮਿਆਨ ਡੈਫਰਡ ਪ੍ਰੋਸੀਕਿਊਸ਼ਨ ਐਗਰੀਮੈਂਟ ਹੋਇਆ ਤੇ ਇਸ ਐਗਰੀਮੈਂਟ ਦੇ ਅਧੀਨ ਕਥਿਤ ਦੋਸ਼ੀ ਨੂੰ ਬੰਦੀ ਸਜ਼ਾ ਦਿੱਤੇ ਜਾਣ ਦੀ ਬਜਾਏ ਉਸ ਤੋਂ ਕੁਝ ਜੁਰਮਾਨਾ ਲਿਆ ਜਾਂਦਾ ਹੈ, ਪਰ ਕਥਿਤ ਦੋਸ਼ੀ ਨੂੰ ਕੁਝ ਖਾਸ ਸ਼ਰਤਾਂ ਵੀ ਮੰਨਣੀਆਂ ਪੈਂਦੀਆਂ। ਮੇਂਗ ਨੇ ਅਦਾਲਤ ਵਿੱਚ ਆਪਣਾ ਜੁਰਮ ਕਬੂਲ ਨਹੀਂ ਕੀਤਾ। ਮੇਂਗ ਨੂੰ ਬੈਂਕ ਫਰਾਡ, ਵਾਇਰ ਫਰਾਡ ਤੇ ਬੈਂਕ ਦੇ ਨਾਲ ਧੋਖਾਧੜੀ ਕਰਨ ਦੀਆਂ ਸਾਜ਼ਿਸ਼ਾਂ ਘੜਨ ਦੇ ਦੋਸ਼ਾਂ ਦੇ ਲਈ ਕਰੀਬ 2.5 ਸਾਲ ਪਹਿਲਾਂ ਚਾਰਜ ਕੀਤਾ ਗਿਆ ਸੀ। US ਸਟੇਟ ਅਟਾਰਨੀ ਦੇ ਨਿਊਯਾਰਕ ਯਾਨੀ ਕਿ ਈਸਟਰਨ ਡਿਸਟ੍ਰਿਕਟ ਆਫਿਸ ਦੇ ਇੱਕ ਅਟਾਰਨੀ ਡੇਵਿਡ ਕੈਸਲਰ ਨੇ ਅਦਾਲਤ ਨੂੰ ਦੱਸਿਆ ਕਿ ਉਕਤ DPA ਦੀ ਮਿਆਦ 4 ਸਾਲ ਦੀ ਹੋਵੇਗੀ ਤੇ ਮੇਂਗ ਦੀ 1 ਦਸੰਬਰ 2018 ਨੂੰ ਹੋਈ ਗ੍ਰਿਫਤਾਰੀ ਤੋਂ ਲੈ ਕੇ 1 ਦਸੰਬਰ 2022 ਤੱਕ। ਇਸ ਸਮਝੌਤੇ ਦੀ ਕਾਪੀ ਫਿਲਹਾਲ ਜਨਤਕ ਨਹੀਂ ਕੀਤੀ ਗਈ। ਕੈਸਲਰ ਦਾ ਕਹਿਣਾ ਹੈ ਕਿ ਜੇ ਮੇਂਗ ਆਪਣੀਆਂ ਸ਼ਰਤਾਂ ਨੂੰ ਪੂਰਾ ਕਰਦੀ ਹੈ ਤਾਂ ਇਸ ਮਿਆਦ ਦੇ ਖਤਮ ਹੋਣ ਤੱਕ ਉਸ ਖਿਲਾਫ ਲੱਗੇ ਦੋਸ਼ ਹਟਾ ਦਿੱਤੇ ਜਾਣਗੇ ਤੇ ਜੇ ਸ਼ਰਤਾਂ ਪੂਰੀਆਂ ਨਾ ਹੋਈਆਂ ਤਾਂ ਉਸ ਦੇ ਖਿਲਾਫ ਦੁਬਾਰਾ ਕਾਨੂੰਨੀ ਕਾਰਵਾਈ ਸ਼ੁਰੂ ਹੋ ਜਾਵੇਗੀ। ਕੈਸਲਰ ਨੇ ਕਿਹਾ ਕਿ DPA ਤੇ ਸਹਿਮਤੀ ਬਣਦਿਆਂ ਹੀ US ਬਿਨਾਂ ਕਿਸੇ ਦੇਰੀ ਤੋਂ ਕੈਨੇਡਾ ਸਰਕਾਰ ਨੂੰ ਹਵਾਲਗੀ ਦੀ ਅਰਜ਼ੀ ਵਾਪਸ ਲੈਣ ਬਾਰੇ ਸੂਚਿਤ ਕਰੇਗਾ। US ਦੀ ਡਿਸਟ੍ਰਿਕਟ ਜੱਜ ਐਨ ਡਾਲਨੀ ਦੇ ਮੁਤਾਬਿਕ ਮੇਂਗ ਸਮਝੌਤੇ ਦੀਆਂ ਸ਼ਰਤਾਂ ਦੇ ਨਾਲ ਸਹਿਮਤ ਹੈ ਤੇ ਹੁਣ ਇਹ ਮਾਮਲਾ BC ਦੀ ਅਦਾਲਤ ਵਿੱਚ ਜਾਵੇਗਾ। ਤੇ ਇਸ ਤਾਜ਼ਾ ਘਟਨਾਕ੍ਰਮ ਦੇ ਨਾਲ ਕੈਨੇਡਾ ਤੇ ਚਾਈਨਾ ਦੇ ਤਣਾਅਪੂਰਨ ਰਿਸ਼ਤਿਆਂ ਵਿੱਚ ਨਵਾਂ ਮੋੜ ਆ ਸਕਦਾ ਹੈ। 49 ਸਾਲ ਦੀ ਮੇਂਗ ਵਨਯੂ ਤੇ US ਸਰਕਾਰ ਵੱਲੋਂ ਈਰਾਨ ਤੇ ਲਗਾਈਆਂ ਆਰਥਿਕ ਪਾਬੰਦੀਆਂ ਦੀ ਉਲੰਘਣਾ ਕਰਨ ਦਾ ਇਲਜ਼ਾਮ ਲੱਗਿਆ। US ਸਰਕਾਰ ਵੱਲੋਂ ਹਵਾਲਗੀ ਦੀ ਬੇਨਤੀ ਕੀਤੇ ਜਾਣ ਕਰਕੇ ਮੇਂਗ ਨੂੰ ਦਸੰਬਰ 2018 ਦੇ ਵਿੱਚ ਵੈਨਕੂਵਰ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਇਸ ਘਟਨਾ ਤੋਂ ਕੁਝ ਦਿਨਾਂ ਬਾਅਦ ਹੀ 2 ਕੈਨੇਡੀਅਨ ਨਾਗਰਿਕਾਂ ਮਾਈਕਲ ਸਪੇਵਰ ਤੇ ਮਾਈਕਲ ਕੋਵਰਿਗ ਨੂੰ ਚੀਨ ਨੇ ਹਿਰਾਸਤ ਵਿੱਚ ਲੈ ਲਿਆ ਸੀ ਤੇ ਇਹਨਾਂ ਗ੍ਰਿਫਤਾਰੀਆਂ ਨੂੰ ਮੇਂਗ ਵਨਯੂ ਦੀ ਗ੍ਰਿਫਤਾਰੀ ਦੀ ਜਵਾਬੀ ਕਾਰਵਾਈ ਦੇ ਤੌਰ ਤੇ ਦੇਖਿਆ ਜਾਂਦਾ ਰਿਹਾ। BC ਸੁਪਰੀਮ ਕੋਰਟ ਦੇ ਵੱਲੋਂ ਚੀਨੀ ਕੰਪਨੀ ਹੁਆਵੇ ਦੀ CFO ਮੇਂਗ ਵਨਯੂ ਨੂੰ ਬਰੀ ਕੀਤੇ ਜਾਣ ਉਪਰੰਤ ਚੀਨ ਨੇ ਕੈਨੇਡਾ ਦੀ ਜੇਲ੍ਹ ਵਿੱਚ ਬੰਦ 2 ਕੈਨੇਡੀਅਨ ਨਾਗਰਿਕਾਂ ਮਾਈਕਲ ਕੋਵਰਿਗ ਤੇ ਮਾਈਕਲ ਸਪੇਵਰ ਨੂੰ ਰਿਹਾ ਕਰ ਦਿੱਤਾ ਤੇ ਇਸ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਿਹਾਈ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਦੋਵੇਂ ਮਾਈਕਲ ਕੈਨੇਡਾ ਦੇ ਲਈ ਜਹਾਜ਼ ਵਿੱਚ ਸਵਾਰ ਹੋ ਚੁੱਕੇ ਨੇ, ਜਲਦ ਕੈਨੇਡਾ ਦੀ ਧਰਤੀ ਦੇ ਉੱਤੇ ਹੋਣਗੇ, ਆਪਣੀ ਧਰਤੀ ਦੇ ਉੱਤੇ ਹੋਣਗੇ, ਆਪਣੇ ਘਰ ਦੇ ਵਿੱਚ ਹੋਣਗੇ। ਦੇ ਆਰ ਕਮਿੰਗ ਬੈਕ ਹੋਮ। ਉਹਨਾਂ ਦੋਹਾਂ ਮਾਈਕਲਸ ਦੀ ਰਿਹਾਈ ਲਈ ਕੈਨੇਡੀਅਨ ਡਿਪਲੋਮੈਟਿਕ ਅਧਿਕਾਰੀਆਂ ਦੀਆਂ ਕੋਸ਼ਿਸ਼ਾਂ ਦਾ ਧੰਨਵਾਦ ਕਰਦਿਆਂ ਮਾਈਕਲ ਪਰਿਵਾਰਾਂ ਤੇ ਕੈਨੇਡੀਅਨਸ ਨੂੰ ਵਧਾਈ ਵੀ ਦਿੱਤੀ। ਇਸੇ ਦੌਰਾਨ ਹੁਆਵੇ ਕੰਪਨੀ ਦੀ CFO ਜੋ ਦਸੰਬਰ 2018 ਤੋਂ ਕੈਨੇਡਾ ਦੀ ਹਿਰਾਸਤ ਵਿੱਚ ਸੀ ਤੇ ਜਿਸ ਦੇ ਖਿਲਾਫ ਅਮਰੀਕਾ ਨੂੰ ਸੌਂਪੇ ਜਾਣ ਦਾ ਕੇਸ ਚੱਲ ਰਿਹਾ ਸੀ ਨੂੰ ਅਦਾਲਤ ਵੱਲੋਂ ਬਰੀ ਕੀਤੇ ਜਾਣ ਉਪਰੰਤ ਉਹ ਵੀ ਆਪਣੇ ਮੁਲਕ ਚਾਈਨਾ ਵਾਪਸ ਚਲੀ ਗਈ, ਜਿੱਥੇ ਕਿ ਉਸਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੋ ਰਿਹਾ ਸੀ ਤੇ ਬਹੁਤੇ ਲੋਕ ਉਸਦੇ ਆਉਣ ਦਾ ਵੀ ਇੰਤਜ਼ਾਰ ਕਰ ਰਹੇ ਸਨ। ਆਓ ਦੇਖਦੇ ਹਾਂ ਕੀ ਕਹਿਣਾ ਸੀ ਪ੍ਰਧਾਨ ਮੰਤਰੀ ਦਾ ਮਾਈਕਲਸ ਦੇ ਕੈਨੇਡਾ ਦੀ ਧਰਤੀ ਤੇ ਆਉਣ ਤੋਂ ਪਹਿਲਾਂ। About 12 minutes ago, the aircraft carrying Michael Kovrig and Michael Spavor left Chinese airspace and they're on their way home. They boarded at about 7:30 Ottawa time, along with Dominic Barton, Canada's ambassador to China. These 2 men have gone through an unbelievably difficult ordeal. For the past 1,000 days, they have shown strength, perseverance, resilience, and grace, and we are all inspired by that. I want to thank their families who've been there for them, supporting them in every way they could, and supporting us in the work we've done to secure their release. I want to thank the countless diplomatic and other Canadian officials who have been tireless over the past 2.5 years to secure the return of these 2 Canadians. I want to thank our allies
and partners around the world and the international community who've stood steadfast in solidarity with Canada and with these two Canadians. And finally, I want to thank Canadians who have kept them in our thoughts and remain determined in the core value that Canadians have of standing up for each other and looking out for each other. These two men have been through an unbelievably difficult situation, but it is inspiring and it is good news for all of us that they are on their way home to their families. ਤੇ 1000 ਦਿਨਾਂ ਤੋਂ ਵੀ ਵੱਧ ਸਮੇਂ ਤੋਂ ਚੀਨ ਵਿੱਚ ਨਜ਼ਰਬੰਦ ਦੋ ਕੈਨੇਡੀਅਨਸ ਆਖਿਰਕਾਰ ਸਹੀ ਸਲਾਮਤ ਕੈਨੇਡਾ ਪਹੁੰਚੇ। 10 ਦਸੰਬਰ 2018 ਤੋਂ ਜਾਸੂਸੀ ਦੇ ਦੋਸ਼ਾਂ ਦੇ ਹੇਠ ਚੀਨ ਵਿੱਚ ਨਜ਼ਰਬੰਦ ਮਾਈਕਲ ਸਪੇਵਰ ਤੇ ਮਾਈਕਲ ਕੋਵਰਿਗ ਕੈਲਗਰੀ ਇੰਟਰਨੈਸ਼ਨਲ 에ਅਰਪੋਰਟ ਤੇ ਪਹੁੰਚੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦੋਹਾਂ ਮਾਈਕਲਸ ਦੇ ਨਾਲ ਕਈ ਹੋਰਨਾਂ ਕੈਨੇਡੀਅਨਸ ਦਾ ਸਵਾਗਤ ਗਲੇ ਮਿਲ ਕੇ ਕੀਤਾ ਗਿਆ। ਕੈਨੇਡਾ ਦੇ ਚੀਨ ਦੇ ਰਾਜਦੂਤ ਡੋਮਿਨਿਕ ਬਾਰਟਨ ਵੀ ਇਹਨਾਂ ਦੋਹਾਂ ਦੇ ਨਾਲ ਕੈਨੇਡਾ ਪਹੁੰਚੇ ਸਨ। ਇਸੇ ਸਬੰਧ ਵਿੱਚ ਸਾਹਮਣੇ ਆਈ ਫੁਟੇਜ ਦੇ ਵਿੱਚ ਸਾਰਿਆਂ ਨੇ ਮਾਸਕ ਪਾਏ ਹੋਏ ਸਨ। ਮਾਸਕ ਪਾਏ ਸਾਰੇ ਨਜ਼ਰ ਆ ਰਹੇ ਸਨ ਤੇ ਪ੍ਰਧਾਨ ਮੰਤਰੀ ਆਫਿਸ ਦੇ ਬੁਲਾਰੇ ਨੇ ਦੱਸਿਆ ਕਿ ਦੋਵੇਂ ਮਾਈਕਲ ਕਾਫੀ ਭਾਵੁਕ ਸਨ ਅਤੇ ਉਹਨਾਂ ਵੱਲੋਂ ਕਿਸੇ ਵੀ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ। ਤੇ ਬਾਅਦ ਵਿੱਚ ਮਾਈਕਲ ਕੋਵਰਿਗ ਜਦੋਂ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਪਹੁੰਚੇ ਤਾਂ ਉਹਨਾਂ ਦਾ ਸਵਾਗਤ ਉਹਨਾਂ ਦੀ ਭੈਣ ਤੇ ਪਤਨੀ ਦੇ ਵੱਲੋਂ ਕੀਤਾ ਗਿਆ। ਉਹ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਕੋਵਰਿਗ ਨੇ ਤੇ ਮੀਡੀਆ ਦੇ ਨਾਲ ਥੋੜੀ ਜਿਹੀ ਗੱਲਬਾਤ ਵੀ ਕੀਤੀ ਜਿੱਥੇ ਉਹਨਾਂ ਨੇ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ। How are you feeling, Michael? Fantastic, thank you very much. Thank you. Wonderful, fantastic. Back home in Canada, and celebration for everybody. So bring both of us. We'll have a lot more. We'll have much more for you later. Right now, I just wanted to get more. Is it possible to come? ਟਰੂਡੋ ਨੇ ਆਖਿਆ ਕਿ ਦੋਹਾਂ ਮਾਈਕਲਸ ਨੇ ਕਮਾਲ ਦੀ ਹਿੰਮਤ, ਹਲੀਮੀ ਤੇ ਦ੍ਰਿੜਤਾ ਦਾ ਮੁਜ਼ਾਹਰਾ ਕੀਤਾ। ਉਹਨਾਂ ਆਖਿਆ ਕਿ ਤੁਹਾਨੂੰ ਇਹ ਪਤਾ ਸੀ ਕਿ ਇਹ ਦੋਵੇਂ ਜਾਣਦੇ ਸਨ ਕਿ ਦੇਸ਼ ਵਿੱਚ ਬੈਠੇ ਕੈਨੇਡੀਅਨਸ ਉਹਨਾਂ ਦੀ ਰਿਹਾਈ ਲਈ ਕੰਮ ਕਰਦੇ ਰਹਿਣਗੇ। ਇਸ ਦੌਰਾਨ ਕੰਜ਼ਰਵੇਟਿਵ ਦੇ ਆਗੂ ਐਰਨ ਅਟੂਲ ਤੇ ਐਨਡੀਪੀ ਆਗੂ ਜਗਮੀਤ ਸਿੰਘ ਦੇ ਨਾਲ ਦੋਹਾਂ ਮਾਈਕਲਸ ਨੂੰ ਜਾਣਨ ਵਾਲੇ ਕੈਨੇਡੀਅਨਸ ਵੱਲੋਂ ਉਹਨਾਂ ਦੀ ਰਿਹਾਈ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਤੋਂ ਪਹਿਲਾਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅਮਰੀਕਾ ਵਿੱਚ ਕੈਨੇਡਾ ਦੇ ਐਮਬੈਸਡਰ ਨੇ ਦੱਸਿਆ ਕਿ ਚੀਨ ਦੀ ਸਰਕਾਰ ਨੇ ਮਾਈਕਲ ਕੋਵਰਿਗ ਤੇ ਮਾਈਕਲ ਸਪੇਵਰ ਨੂੰ ਛੱਡਣ ਲਈ ਗੱਲਬਾਤ ਸ਼ੁਰੂ ਕੀਤੀ ਸੀ। ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ ਵੱਲੋਂ ਮੇਂਗ ਦੀ ਹਵਾਲਗੀ ਸੰਬੰਧੀ ਮਾਮਲੇ ਨੂੰ ਛੱਡਣ ਤੋਂ ਇੱਕ ਦਿਨ ਬਾਅਦ ਹੀ ਚੀਨ ਨੇ ਮਾਈਕਲ ਕੋਵਰਿਗ ਤੇ ਮਾਈਕਲ ਸਪੇਵਰ ਨੂੰ ਛੱਡਣ ਦੇ ਲਈ ਗੱਲਬਾਤ ਸ਼ੁਰੂ ਕਰ ਦਿੱਤੀ ਸੀ। ਇਹਨਾਂ ਦੋਹਾਂ ਕੈਨੇਡੀਅਨਸ ਨੂੰ ਨਜ਼ਰਬੰਦ ਕੀਤੇ ਜਾਣ ਦੇ ਮਾਮਲੇ ਨੂੰ ਚੀਨ ਦੀ ਟੈਲੀਕਾਮ ਜੁਆਇੰਟ ਸੀਐਫਓ ਦੀ ਗ੍ਰਿਫਤਾਰੀ ਦੇ ਨਾਲ ਜੋੜ ਕੇ ਦੇਖਿਆ ਗਿਆ, ਪਰ ਚੀਨ ਦੇ ਵੱਲੋਂ ਲਗਾਤਾਰ ਇਸ ਗੱਲ ਤੋਂ ਇਨਕਾਰ ਕੀਤਾ ਜਾਂਦਾ ਰਿਹਾ ਕਿ ਇਹ ਦੋਵੇਂ ਮਾਮਲੇ ਆਪਸ ਦੇ ਵਿੱਚ ਕਿਸੇ ਤਰ੍ਹਾਂ ਦੇ ਨਾਲ ਨਹੀਂ ਜੁੜੇ ਹੋਏ। ਇਹ ਅਲੱਗ-ਅਲੱਗ ਮਾਮਲੇ ਨੇ। ਅਮਰੀਕਾ ਨੇ ਅਜਿਹੀ ਕੋਈ ਵੀ ਸ਼ਰਤ ਨਹੀਂ ਰੱਖੀ ਕਿ ਦੋਵੇਂ ਮਾਈਕਲਸ ਨੂੰ ਛੱਡਣ ਤੋਂ ਬਾਅਦ ਹੀ ਮੇਂਗ ਦੇ ਖਿਲਾਫ ਲੱਗੇ ਦੋਸ਼ਾਂ ਨੂੰ ਹਟਾਇਆ ਜਾਵੇਗਾ। ਉਹਨਾਂ ਆਖਿਆ ਕਿ ਇਹ ਵੱਖਰੀ ਤੇ ਆਜ਼ਾਦਾਨਾ ਪ੍ਰਕਿਰਿਆ ਸੀ। ਉਧਰ ਦੂਜੇ ਪਾਸੇ ਉੱਤਰ ਕੋਰੀਆ ਅਤੇ ਚੀਨ ਵਿੱਚ ਕੰਮ ਕਰਨ ਵਾਲੇ ਉਦਮੀ ਸਪੇਵਰ ਨੂੰ ਜਾਸੂਸੀ ਕਰਨ ਦਾ ਦੋਸ਼ੀ ਪਾਇਆ ਗਿਆ ਅਤੇ ਅਗਸਤ ਦੇ ਵਿੱਚ ਇੱਕ ਚੀਨੀ ਅਦਾਲਤ ਨੇ ਉਸ ਨੂੰ 11 ਸਾਲ ਕੈਦ ਤੇ ਹਵਾਲਗੀ ਦੀ ਸਜ਼ਾ ਸੁਣਾਈ ਸੀ। ਕੋਵਰਿਗ ਇੱਕ ਡਿਪਲੋਮੈਟ ਲਈ ਮੁਕੱਦਮਾ ਮਾਰਚ ਵਿੱਚ ਸਮਾਪਤ ਹੋਇਆ, ਪਰ ਉਸ ਨੂੰ ਅਜੇ ਤੱਕ ਸਜ਼ਾ ਨਹੀਂ ਸੀ ਹੋਈ। ਦੋਹਾਂ ਆਦਮੀਆਂ ਨੂੰ ਵੈਨਕੂਵਰ ਵਿੱਚ ਮੇਂਗ ਦੀ ਗ੍ਰਿਫਤਾਰੀ ਦੇ 10 ਦਿਨਾਂ ਦੇ ਬਾਅਦ 10 ਦਸੰਬਰ 2018 ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਕੈਨੇਡਾ ਦੇ ਸਹਿਯੋਗੀ ਦੇਸ਼ਾਂ ਦੇ ਹੋਰ ਡਿਪਲੋਮੈਟਾਂ ਦੇ ਨਾਲ ਮਾਰਚ ਵਿੱਚ ਮਾਈਕਲ ਕੋਵਰਿਗ ਦੇ ਮੁਕੱਦਮੇ ਵਿੱਚ ਦਾਖਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਪ੍ਰਦਰਸ਼ਨ ਕੀਤਾ। ਇੱਕ ਸਾਬਕਾ ਕੈਨੇਡੀਅਨ ਡਿਪਲੋਮੈਟ ਕੋਲਿਨ ਰਾਬਰਟਸਨ ਨੇ ਕਿਹਾ ਕਿ ਚੀਨ ਹੁਣ ਤੱਕ ਇਹ ਕਹਿ ਰਿਹਾ ਹੈ ਕਿ ਦੋਹਾਂ ਵਿਚਕਾਰ ਕੋਈ ਸਬੰਧ ਨਹੀਂ, ਪਰ ਉਹਨਾਂ ਨੂੰ ਜਹਾਜ਼ ਵਿੱਚ ਬਿਠਾ ਕੇ ਉਹਨਾਂ ਨੇ ਸਪਸ਼ਟ ਰੂਪ ਤੋਂ ਸਵੀਕਾਰ ਕਰ ਲਿਆ ਕਿ ਇਹ ਬੰਦਕ ਬਣਾਉਣਾ ਹੀ ਸੀ 30 ਸਾਲਾਂ ਤੋਂ ਵੱਧ ਸਮੇਂ ਦੇ ਲਈ। ਇਹ ਮੈਨੂੰ ਉਹਨਾਂ ਸਵੈਪਸ ਦੀ ਯਾਦ ਦਿਵਾਉਂਦਾ ਜੋ ਤੁਸੀਂ ਸ਼ੀਤ ਯੁੱਧ ਵਿੱਚ ਜਸੂਸਾਂ ਦੀ ਕਰਦੇ ਸੀ।
ਰਾਬਰਟਸਨ ਨੇ ਅਨੁਮਾਨ ਲਗਾਇਆ ਕਿ ਯੂਐਸ ਦੇ ਰਾਸ਼ਟਰਪਤੀ ਜੋ ਬਾਈਡਨ ਜੋ ਚੀਨ ਵੱਲ ਵੱਧ ਰਹੇ ਧਿਆਨ ਦਾ ਨਿਰਦੇਸ਼ ਦੇ ਰਹੇ ਹਨ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਹਾਲ ਹੀ ਵਿੱਚ ਹੋਈ ਇੱਕ ਮੁਲਾਕਾਤ ਦੇ ਦੌਰਾਨ ਸੌਦੇ ਨੂੰ ਬ੍ਰੋਕਰ ਕਰਨ ਵਿੱਚ ਸਹਾਇਤਾ ਕੀਤੀ ਹੋ ਸਕਦੀ ਹੈ। ਟਰੂਡੋ ਨੂੰ ਪੁੱਛਿਆ ਗਿਆ ਕਿ ਕੀ ਉਹਨਾਂ ਨੇ ਰਿਹਾਈ ਤੋਂ ਪਹਿਲਾਂ ਸ਼ੀ ਦੇ ਨਾਲ ਗੱਲਬਾਤ ਕੀਤੀ ਸੀ, ਪਰ ਟਰੂਡੋ ਨੇ ਕਿਹਾ ਕਿ ਕੈਨੇਡੀਅਨ ਡਿਪਲੋਮੈਟ ਹੀ ਇਸ ਕੰਮ ਦੀ ਅਗਵਾਈ ਕਰ ਰਹੇ ਸਨ। ਕੈਨੇਡੀਅਨ ਇੰਟਰਨੈਸ਼ਨਲ ਕੌਂਸਲ ਦੇ ਪ੍ਰਧਾਨ ਤੇ ਇੱਕ ਸਾਬਕਾ ਕੂਟਨੀਤਿਕ ਬੇਨ ਰੌਸਵੈਲ ਦਾ ਕਹਿਣਾ ਹੈ ਕਿ 2 ਮਾਈਕਲਸ ਦੀ ਚੀਨ ਦੀ ਨਜ਼ਰਬੰਦੀ ਨੇ ਇੱਕ ਭਿਆਨਕ ਮਿਸਾਲ ਕਾਇਮ ਕਰ ਦਿੱਤੀ ਹੈ। ਸੰਯੁਕਤ ਰਾਜ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਉਹਨਾਂ ਦੀ ਸਰਕਾਰ ਸਪੇਵਰ ਤੇ ਕੋਵਰਿਗ ਦੀ 2.5 ਸਾਲਾਂ ਤੋਂ ਵੱਧ ਮਨਮਾਨੀ ਨਜ਼ਰਬੰਦੀ ਦੇ ਬਾਅਦ ਵਾਪਸੀ ਦਾ ਸਵਾਗਤ ਕਰਦੀ ਹੈ। ਤੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਬੋਲਦੇ ਹੋਏ ਸੰਘੀ ਵਿਦੇਸ਼ ਮੰਤਰੀ ਮਾਰਕ ਗਾਰਨੀਓ ਨੇ ਮਾਈਕਲ ਕੋਵਰਿਗ ਤੇ ਮਾਈਕਲ ਸਪੇਵਰ ਦੀ ਚੀਨੀ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਕੈਨੇਡਾ ਦੇ ਅੰਤਰਰਾਸ਼ਟਰੀ ਸਹਿਯੋਗੀ ਲੋਕਾਂ ਦਾ ਧੰਨਵਾਦ ਕੀਤਾ। ਹੁਵਾਵੇ ਦੇ ਕਾਰਜਕਾਰੀ ਮੇਂਗ ਵਾਨਯੂ ਦੇ ਮਾਮਲੇ ਵਿੱਚ ਮੁਲਤਵੀ ਹੋਏ ਮੁਕੱਦਮੇ ਦੇ ਸਮਝੌਤੇ ਤੋਂ ਬਾਅਦ ਦੋਹਾਂ ਨੂੰ ਕੈਨੇਡਾ ਵਾਪਸ ਭੇਜ ਦਿੱਤਾ ਗਿਆ। ਗਾਰਨੀਓ ਨੇ ਆਖਿਆ ਕਿ 2 ਕੈਨੇਡੀਅਨਜ਼ ਨੇ ਕੈਨੇਡਾ ਦੇ ਕਾਨੂੰਨ ਦੇ ਰਾਜ ਪ੍ਰਤੀ ਵਚਨਬੱਧਤਾ ਦੀ ਭਾਰੀ ਕੀਮਤ ਅਦਾ ਕੀਤੀ। ਗਾਰਨੀਓ ਨੇ ਆਪਣੇ ਸੰਬੋਧਨ ਦੇ ਦੌਰਾਨ 40,000 ਅਫਗਾਨ ਸ਼ਰਨਾਰਥੀਆਂ ਦਾ ਸਵਾਗਤ ਕਰਨ ਲਈ ਵਚਨਬੱਧਤਾ ਪ੍ਰਗਟਾਈ। ਅਫਗਾਨ ਤੋਂ ਅਮਰੀਕਾ ਦੀ ਵਾਪਸੀ ਅਤੇ ਤਾਲਿਬਾਨ ਦੇ ਹੱਥੋਂ ਡਿੱਗਣ ਦੇ ਮੱਦੇਨਜ਼ਰ ਕੈਨੇਡੀਅਨਜ਼ ਦੀ ਸਵਾਗਤੀ ਭਾਵਨਾ ਦੀ ਪ੍ਰਸ਼ੰਸਾ ਕੀਤੀ। ਗਾਰਨੀਓ ਨੇ ਅੰਦਰ ਵੱਲ ਮੁੜਨ ਦੀ ਕੀਮਤ ਬਾਰੇ ਵੀ ਕਿਹਾ ਕਿ ਅਲੱਗ ਵਿਸ਼ਵ ਭਰ ਦੇ ਲੋਕਾਂ ਦੇ ਲਈ ਵਿਨਾਸ਼ਕਾਰੀ ਹੋਵੇਗਾ ਤੇ ਵੱਧਦੀ ਅਸਮਾਨਤਾ ਦੇ ਵੱਲ ਲੈ ਕੇ ਜਾਵੇਗਾ, ਖਾਸ ਕਰਕੇ ਜਦੋਂ ਅਸੀਂ ਕੋਵਿਡ-19 ਮਹਾਮਾਰੀ ਦੇ ਨਾਲ ਲੜਦੇ ਹਾਂ। ਗਾਰਨੀਓ ਨੇ ਕਿਹਾ ਕਿ ਉਹਨਾਂ ਨੂੰ ਕੈਨੇਡਾ ਦੀ ਸਰਜ਼ਮੀਨ ਤੇ ਪਹੁੰਚਦਿਆਂ ਜਹਾਜ਼ ਤੋਂ 2 ਮਾਈਕਲਸ ਨੂੰ ਉਤਰਦਿਆਂ ਦੇਖਣਾ ਬਹੁਤ ਭਾਵੁਕ ਪਲ ਸੀ। ਉਹਨਾਂ ਕਿਹਾ, ਮੈਨੂੰ ਲੱਗਦਾ ਹੈ ਕਿ ਤੁਸੀਂ ਹੁਣ ਕੈਨੇਡਾ ਦੀ ਇੱਕ ਸਾਂਝੀ ਰਾਹਤ ਮਹਿਸੂਸ ਕਰ ਸਕਦੇ ਹੋ ਕਿ ਆਖਿਰ ਕੈਨੇਡਾ ਦੀ ਧਰਤੀ ਤੇ ਦੋਵੇਂ ਮਾਈਕਲ ਵਾਪਸ ਪਹੁੰਚ ਗਏ ਨੇ। 2 days ago, we welcomed back to Canada Michael Kovrig and Michael Spavor, who were imprisoned by the Chinese government after Canada applied both Canadian and international law in response to a request for extradition of a Chinese citizen. Canada observed the rule of law, and 2 Canadian citizens paid a heavy price for this commitment. We did so as a matter of principle, and we are proud of the courage of our 2 citizens, the good faith and resilience of their families, and the determination and creativity of our diplomats. We continue to oppose the way these 2 citizens were treated. And on that, I want to recognize the support of our many international partners in standing with these Canadian citizens, as well as those who helped in developing and signing the Declaration on Arbitrary Detention in State-to-State Relations. Our solidarity in defense of human rights and international law is an important signal. We must continue to stand together, united in our shared determination to defend our values and principles. There is a reason respect for human rights is one of the 3 pillars of the United Nations. Canada will never forget this experience and this lesson. We shall continue to press for an end to arbitrary detention wherever and however it occurs. Now faced with a heart-wrenching situation in Afghanistan, Canadians have once again shown their openness to those who do not wish to live under the Taliban rule, but prefer to stand up for democracy, human rights, and gender equality. In fact, Canadians overwhelmingly called on us to do more. And in response to their generosity and welcoming spirit, we have now committed to welcoming 40,000 Afghan refugees to Canada so that they too can contribute to our success while we continue to support their efforts for a more peaceful, tolerant world. The cost of turning inward will be catastrophic for people around the world and only lead to rising inequality. Last year, as all of our governments focused on our domestic response to COVID-19, we moved backwards on meeting some of our sustainable development goals. Extreme poverty spiked for the first time in 3 decades. The pandemic forced us to take stock of growing inequalities within our own societies.
with seniors, racialized people, women, the LGBTQ2+ community, and indigenous peoples bearing most of the worst economic slowdown. The pandemic also fanned racism, anti-Semitism, and Islamophobia, and exacerbated inequalities between countries, with the richest among us having speedy access to vaccines while citizens in poorer countries struggle for their health and well-being. We know what must be done. We just need to choose to do it. It is in our hands. ਹੁਣ ਵੱਡਾ ਸਵਾਲ ਸਾਹਮਣੇ ਆਉਂਦਾ ਹੈ ਕਿ ਕੈਨੇਡਾ ਅਤੇ ਚੀਨ ਵਿਚਾਲੇ ਖਿੱਚੋਤਾਣ ਖਤਮ ਹੋ ਗਈ। 2018 ਵਿੱਚ ਅਮਰੀਕਾ ਦੇ ਹਵਾਲਗੀ ਮਾਮਲੇ ਵਿੱਚ ਕੈਨੇਡਾ ਵੱਲੋਂ ਵਾਵੇ ਕੰਪਨੀ ਦੀ CFO ਮਿੰਗ ਵਨ ਯੂ ਨੂੰ ਵੈਨਕੂਵਰ 에ਅਰਪੋਰਟ ਤੇ ਗ੍ਰਿਫਤਾਰ ਕੀਤਾ ਗਿਆ ਸੀ। ਇਸ ਕਾਰਨ ਕੈਨੇਡਾ ਤੇ ਚੀਨ ਵਿਚਾਲੇ ਸਬੰਧ ਖਿੱਚੋਤਾਣ ਵਾਲੇ ਬਣ ਗਏ ਸਨ। ਕੈਨੇਡਾ ਦਾ ਦੋਸ਼ ਸੀ ਕਿ ਚੀਨ ਨੇ ਬਦਲਾਖੋਰੀ ਦੇ ਤਹਿਤ ਕੈਨੇਡਾ ਦੇ 2 ਸ਼ਹਿਰੀ ਗ੍ਰਿਫਤਾਰ ਕਰ ਲਏ, ਜਦੋਂ ਕਿ ਚੀਨ ਅਜਿਹੇ ਹੀ ਦੋਸ਼ ਕੈਨੇਡਾ ਉੱਪਰ ਲਗਾ ਰਿਹਾ ਸੀ। ਬੀਤੇ ਦਿਨ BC ਸੁਪਰੀਮ ਕੋਰਟ ਵੱਲੋਂ ਮਿੰਗ ਵਨ ਯੂ ਨੂੰ ਬਰੀ ਕਰ ਦਿੱਤਾ ਗਿਆ ਸੀ। ਅਜਿਹਾ ਅਮਰੀਕਾ ਵੱਲੋਂ ਮਿੰਗ ਵਨ ਯੂ ਨਾਲ ਹੋਈ ਇੱਕ ਡੀਲ ਉਪਰੰਤ ਹੋ ਸਕਿਆ, ਜਿਸ ਤਹਿਤ ਮਿੰਗ ਵਨ ਯੂ ਨੇ G5 ਦੇ ਮਾਮਲੇ ਦੇ ਵਿੱਚ ਦਿੱਤੇ ਹਲਫਨਾਮੇ ਵਿੱਚ ਕੀਤੀ ਗਈ ਗਲਤੀ ਨੂੰ ਮੰਨ ਲਿਆ। ਉਧਰ ਚੀਨ ਇਸ ਡੀਲ ਨੂੰ ਆਪਣੀ ਜਿੱਤ ਕਰਾਰ ਦੇ ਰਿਹਾ ਹੈ। ਕੈਨੇਡਾ ਵਿੱਚ ਮਿੰਗ ਦੀ ਕਾਨੂੰਨੀ ਲੜਾਈ ਸਪੇਵਰ ਅਤੇ ਕੋਵਰਿਗ ਦੇ ਚੀਨੀ ਮੁਕੱਦਮਿਆਂ ਦੇ ਬਿਲਕੁਲ ਉਲਟ ਖੇਡੀ ਗਈ, ਜਿਸ ਨੂੰ ਕੈਨੇਡੀਅਨ ਅਧਿਕਾਰੀ ਪਾਰਦਰਸ਼ਤਾ ਦੀ ਘਾਟ ਦੇ ਲਈ ਨਿਯਮਿਤ ਤੌਰ ਤੇ ਨਕਾਰ ਰਹੇ ਨੇ। ਹਵਾਲਗੀ ਦੀ ਉਡੀਕ ਕਰਦੇ ਹੋਏ ਉਹ ਵੈਨਕੂਵਰ ਵਿੱਚ ਲੱਖਾਂ ਡਾਲਰ ਦੇ ਘਰ ਵਿੱਚ ਨਜ਼ਰਬੰਦ ਰਹੀ ਹੈ। ਸਪੇਵਰ ਤੇ ਕੋਵਰਿਗ ਉਸੇ ਸਮੇਂ ਦੇ ਦੌਰਾਨ ਚੀਨੀ ਜੇਲ੍ਹਾਂ ਵਿੱਚ ਰੱਖੇ ਗਏ। ਮੇਂਗ ਨੇ BC ਅਦਾਲਤ ਵਿੱਚ ਉਸ ਦੀ ਆਖਰੀ ਪੇਸ਼ੀ ਦੇ ਬਾਅਦ ਇੱਕ ਤਿਆਰ ਕੀਤੇ ਬਿਆਨ ਨੂੰ ਪੜ੍ਹਿਆ, ਜਿਸ ਵਿੱਚ ਉਸਨੇ ਕਾਨੂੰਨ ਦੇ ਰਾਜ ਨੂੰ ਬਰਕਰਾਰ ਰੱਖਣ ਲਈ ਕੈਨੇਡੀਅਨ ਸਰਕਾਰ ਦਾ ਧੰਨਵਾਦ ਕੀਤਾ। ਤੇ ਉਧਰ ਚਾਈਨਾ ਦੀ ਕਮਿਊਨਿਸਟ ਪਾਰਟੀ ਨਾਲ ਜੁੜੇ ਇੱਕ ਡਿਜੀਟਲ ਮੀਡੀਆ ਅਦਾਰੇ ਨੇ ਆਖਿਆ ਕਿ ਸਿਹਤ ਕਾਰਨਾਂ ਕਰਕੇ ਦੋਹਾਂ ਮਾਈਕਲਸ ਨੂੰ ਚਾਈਨਾ ਨੇ ਰਿਹਾ ਕੀਤਾ। ਹਾਲਾਂਕਿ ਪ੍ਰਧਾਨ ਮੰਤਰੀ ਟਰੂਡੋ ਨੇ ਇਸ ਬਾਰੇ ਸਵਾਲਾਂ ਨੂੰ ਟਾਲ ਦਿੱਤਾ ਕਿ ਵਿਕਾਸ ਦਾ ਕੈਨੇਡਾ ਅਤੇ ਚੀਨ ਵਿਚਾਲੇ ਤਣਾਅਪੂਰਨ ਸਬੰਧਾਂ ਦੇ ਲਈ ਕੀ ਅਰਥ ਹੋਵੇਗਾ। ਉਹਨਾਂ ਇਹ ਵੀ ਸਹੀ ਜਵਾਬ ਨਹੀਂ ਦਿੱਤਾ ਕਿ ਉਹਨਾਂ ਦੀ ਰਿਹਾਈ ਆਖਿਰ ਹੋਈ ਕਿਵੇਂ ਹੈ। ਆਉਣ ਵਾਲੇ ਦਿਨਾਂ ਤੇ ਹਫ਼ਤਿਆਂ ਦੇ ਵਿੱਚ ਵਿਸ਼ਲੇਸ਼ਣ ਅਤੇ ਪ੍ਰਤੀਬਿੰਬ ਲਈ ਸਮਾਂ ਆਉਣ ਵਾਲਾ ਹੈ, ਪਰ ਇਸ ਮਾਮਲੇ ਦਾ ਤੱਥ ਇਹ ਹੈ, ਮੈਂ ਜਾਣਦਾ ਹਾਂ ਕੈਨੇਡੀਅਨ ਇਸ ਵੇਲੇ ਇਹ ਜਾਣ ਕੇ ਖੁਸ਼ ਹੋਣਗੇ। ਪਰ ਦੂਜੇ ਪਾਸੇ ਵਿਦੇਸ਼ ਮੰਤਰੀ ਮਾਰਕ ਗਾਰਡਨਰ ਨੇ ਕਿਹਾ ਕਿ ਚਾਈਨਾ ਨਾਲ ਸਬੰਧਾਂ ਬਾਰੇ ਕੈਨੇਡਾ ਪੂਰੀ ਚੌਕਸੀ ਨਾਲ ਅੱਗੇ ਵਧੇਗਾ। ਗਾਰਡਨਰ ਨੇ ਇਹ ਵੀ ਕਿਹਾ ਕਿ ਦੋਹਾਂ ਮਾਈਕਲਸ ਦੀ ਰਿਹਾਈ ਦਾ ਸਮਾਂ ਧਿਆਨਯੋਗ ਹੈ। ਮੇਂਗ ਵਨ ਯੂ ਦੇ ਮਾਮਲੇ ਤੋਂ ਤੁਰੰਤ ਬਾਅਦ ਦੋਵੇਂ ਮਾਈਕਲਸ ਦੀ ਵਾਪਸੀ ਇਹਨਾਂ ਦੋਹਾਂ ਮਾਮਲਿਆਂ ਦੇ ਜੁੜੇ ਹੋਣ ਦੀ ਸਾਫ਼ ਤੌਰ ਤੇ ਤਸਦੀਕ ਕਰਦਾ ਹੈ। ਗਾਰਡਨਰ ਨੇ ਕਿਹਾ ਕਿ ਦੋਵੇਂ ਮਾਈਕਲਸ ਦੀ ਗ੍ਰਿਫਤਾਰੀ ਨੇ ਅੰਤਰਰਾਸ਼ਟਰੀ ਪੱਧਰ ਤੇ ਚਾਈਨਾ ਦਾ ਅਕਸ ਖਰਾਬ ਕੀਤਾ ਤੇ ਦੇਸ਼ਾਂ ਦੇ ਵਿੱਚ ਅਸਹਿਮਤੀ ਹੋਣਾ ਠੀਕ ਹੈ, ਪਰ ਤੁਸੀਂ ਕਿਸੇ ਦੇਸ਼ ਦੇ ਨਾਗਰਿਕਾਂ ਨੂੰ ਆਪਣੀ ਮਨਮਾਨੀ ਦੇ ਨਾਲ ਗ੍ਰਿਫਤਾਰ ਕਰਕੇ ਸਿਰਫ ਇਸ ਲਈ ਜੇਲ੍ਹ ਵਿੱਚ ਨਹੀਂ ਪਾ ਸਕਦੇ ਕਿਉਂਕਿ ਤੁਸੀਂ ਉਸ ਦੇਸ਼ ਦੇ ਨਾਲ ਖੁਸ਼ ਨਹੀਂ। ਮਾਈਕਲਸ ਦਾ ਕੈਨੇਡਾ ਪਹੁੰਚਣਾ ਉਹਨਾਂ ਲਈ ਵੱਡੀ ਰਾਹਤ ਹੈ, ਪਰ ਕਈ ਲੋਕਾਂ ਨੂੰ ਅਜੇ ਵੀ ਫਿਕਰ ਹੈ ਕਿ ਦਰਅਸਲ ਬਹੁਤਾ ਕੁਝ ਨਹੀਂ ਬਦਲਿਆ। ਮਾਈਕਲ ਕੋਵਰਿਗ ਤੇ ਮਾਈਕਲ ਸਪੇਵਰ ਹੀ ਚੀਨ ਵਿੱਚ ਕੈਦ ਹੋਣ ਵਾਲੇ ਇਕਲੌਤੇ ਕੈਨੇਡੀਅਨਸ ਨਹੀਂ ਹਨ। ਵੀਗਰ ਕਾਰਕੁਨ ਹੁਸੈਨ ਸੈਲਿਲ 2006 ਤੋਂ ਚਾਈਨਾ ਵਿੱਚ ਕੈਦ ਹੈ। ਰੌਬਰਟ ਸ਼ੈਲਨਬਰਗ, ਯੂ ਵਿਹੀਹੋਂਗ, ਯੂ ਯੂਹੁਈ ਅਤੇ ਫੈਨ ਵੀ ਕੈਨੇਡੀਅਨ ਨਾਗਰਿਕ ਹੈ, ਜਿਨ੍ਹਾਂ ਨੂੰ ਪਿਛਲੇ ਕੁਝ ਸਾਲਾਂ ਦੇ ਦੌਰਾਨ ਨਸ਼ਿਆਂ ਨਾਲ ਸੰਬੰਧਿਤ ਮਾਮਲਿਆਂ ਵਿੱਚ ਚਾਈਨਾ ਨੇ ਮੌਤ ਦੀ ਸਜ਼ਾ ਸੁਣਾਈ ਹੋਈ ਹੈ। ਪਰ ਸਵਾਲ ਅਜੇ ਵੀ ਬੜੇ ਨੇ ਕਿ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਵੇਗਾ। ਸਵਾਲ ਇਹ ਵੀ ਹੈ ਕਿ ਹੁਣ ਚੀਨ ਤੇ ਅਮਰੀਕਾ ਦੇ ਸਬੰਧ ਕਿਸ ਤਰ੍ਹਾਂ ਹੋਣਗੇ, ਚੀਨ ਤੇ ਕੈਨੇਡਾ ਦੇ ਸਬੰਧ ਕਿਸ ਤਰ੍ਹਾਂ ਹੋਣਗੇ, ਚੀਨ ਦੇ ਬਾਕੀ ਦੇਸ਼ਾਂ ਦੇ ਨਾਲ ਸਬੰਧ ਕਿਸ ਤਰ੍ਹਾਂ ਹੋਣਗੇ, ਕਿ ਬਾਕੀ ਕੈਨੇਡੀਅਨਸ ਨੂੰ ਵੀ ਰਿਹਾਈ ਮਿਲੇਗੀ ਜਾਂ ਆਏਗਾ ਮਾਮਲੇ ਦੇ ਵਿੱਚ ਇੱਕ ਹੋਰ ਮੋੜ। ਇਹ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਦੇਖਦੇ ਰਹੋ ਸਾਂਝਾ TV ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।